ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ। ਕੱਲ ਦੇ ਦੀਵਾਨ ਤੋਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ, ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਮੁਤਾਬਕ ਜੀਵਨ ਜੀਵਿਆ ਹੈ, ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਝ ਕੇ ਸਮੁੱਚੀ ਜ਼ਿੰਦਗੀ ਗੁਰੂ ਨੂੰ ਸਮਰਪਿਤ ਕਰ ਦਿੱਤੀ ਹੈ, ਉਹਨਾਂ ਦੇ ਜਨਮ ਨੂੰ ਜੇ ਅਸੀਂ ਪ੍ਰਕਾਸ਼ ਵੀ ਕਹਿ ਲਈਏ, ਕਿਉਂਕਿ ਬਾਬਾ ਕਬੀਰ ਜੀ ਦਾ ਸ਼ਬਦ ਹੈ, ਕਬੀਰ ਹਰ ਕੇ ਸੰਤ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰੇ, ਆਵੈ ਨਾ ਜਾਵਹਿ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਨੇ। ਵੀ ਉਹ ਆਂਦੇ ਜਾਂਦੇ ਨਹੀਂ, ਨਾ ਹੀ ਉਹਨਾਂ ਨੇ, ਕਿਉਂਕਿ ਸਰੀਰ ਨੇ ਤੇ ਸਾਰਿਆਂ ਦੇ ਨੇ ਮਰਨਾ ਹੁੰਦਾ। ਵੱਡੇ ਵੱਡੇ ਪੈਗੰਬਰ ਵੀ ਫਿਜ਼ੀਕਲੀ ਦੁਨੀਆ ਤੋਂ ਚਲੇ ਜਾਂਦੇ ਨੇ, ਪਰ ਆਪਣਾ ਜੀਵਨ ਜਿਉ ਕੇ ਜਿਸ ਆਈਡੀਓਲੋਜੀ ਨੂੰ ਸਮਰਪਿਤ ਹੋ ਕੇ ਜਾਂਦੇ ਨੇ, ਔਰ ਜੀਵਨ ਦੇ ਸਫ਼ਰ ਦੇ ਵਿੱਚ ਜਿਹੜੀਆਂ ਪੈੜਾਂ ਉਹ ਧਰਤੀ ਦੇ ਉੱਤੇ ਮਨੁੱਖਤਾ ਨੂੰ ਸੇਧ ਦੇਣ ਲਈ ਪਾ ਕੇ ਜਾਂਦੇ ਨੇ, ਉਹਨਾਂ ਨੇ ਕਦੇ ਮਿਟਣਾ ਨਹੀਂ ਹੁੰਦਾ। ਇਸ ਕਰਕੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਮਨਾਉਂਦਿਆਂ ਹੋਇਆਂ ਇੱਕ ਗੱਲ ਖਾਸ ਜਿਹੜੀ ਕੱਲ੍ਹ ਦੇ ਦੀਵਾਨ ਦੇ ਵਿੱਚ ਤੁਹਾਡੇ ਨਾਲ ਆਰੰਭ ਕੀਤੀ ਸੀ, ਸਾਨੂੰ ਅਸਲ ਦੇ ਵਿੱਚ ਲਾਭ ਇਹਦਾ ਤਾਂ ਹੋਏਗਾ ਜੇ ਬਾਬਾ ਦੀਪ ਸਿੰਘ ਜੀ ਦੇ ਸਮੁੱਚੇ ਜੀਵਨ ਦੇ ਵਿੱਚੋਂ ਇੱਕ ਇੱਕ ਘਟਨਾ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਉਹਨਾਂ ਦੇ ਜੀਵਨ ਦੀ ਤਰ੍ਹਾਂ ਢਾਲਣ ਦਾ ਯਤਨ ਕਰਾਂਗੇ। ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ ਦੇ ਵਿੱਚੋਂ ਇੱਕ ਲਾਈਨ ਆਪ ਜੀ ਦੇ ਸਨਮੁਖ ਹਾਜ਼ਰ ਕੀਤੀ ਸੀ, ਉਹਨੂੰ ਹੀ ਅੱਗੇ ਕੰਟੀਨਿਊ ਕਰਦਿਆਂ ਹੋਇਆਂ ਉਹਨਾਂ ਨੇ ਜ਼ਿਕਰ ਕੀਤਾ ਸੀ, ਜੈਸੇ ਸਫਲ ਬਨ ਬਿਖੈ ਬਿਰਖਾ ਵਿਵਿਧ, ਜਾਂ ਕੇ ਫਲ ਮੀਠੇ ਖਗ ਤਾਂ ਪੈ ਚੱਲ ਜਾਤ ਹੈ। ਕਿਉਂ ਅਸੀਂ ਇਹੋ ਜਿਹੇ ਮਹਾਨ ਗੁਰਸਿੱਖਾਂ ਦੇ ਜੀਵਨ ਨੂੰ ਮਨਾਉਂਦੇ ਹਾਂ। ਦੂਸਰੀ ਉਹਨਾਂ ਨੇ ਉਦਾਹਰਨ ਦਿੱਤੀ, ਪਹਿਲੀ ਤੇ ਇੱਕ ਜਿਹੜਾ ਮਿੱਠੇ ਫਲ ਵਾਲਾ ਜਿਹੜਾ ਟਰੀ ਹੈ, ਉਹਨੂੰ ਵੇਖ ਕੇ ਪਸ਼ੂ ਜਿਹੜੇ ਖਾਸ ਕਰਕੇ ਪੰਛੀ ਉਹਦੇ ਕੋਲ ਜਾ ਕੇ ਉਹਦੇ ਫਲ ਜਿਹੜੇ ਖਾਂਦੇ ਨੇ, ਜਿਹਦੇ ਫਲ ਮਿੱਠੇ ਹੋਣ ਉਹਦੇ ਕੋਲ ਚੱਲ ਕੇ ਜਾਂਦੇ ਨੇ। ਦੂਸਰੀ ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ, ਜੈਸੇ ਪਰਬਤ ਬਿਖੈ ਦੇਖੀਆ ਪਖਾਨ ਬਹੁ, ਜਾ ਮੈਂ ਹੀਰਾ ਖੋਜ ਖੋਜੀ ਤਾਹੇ ਲਲਚਾਤ ਹੈ। ਜਿਵੇਂ ਇੱਕ ਪਹਾੜ ਹੁੰਦਾ ਨਾ, ਉਹਦੇ 'ਚ ਬਹੁਤ ਪੱਥਰਾਂ ਦਾ ਜਿਹੜੇ ਕਈ ਕਿਸਮ ਦੇ ਪੱਥਰ ਹੁੰਦੇ ਨੇ। ਭਾਈ ਗੁਰਦਾਸ ਜੀ ਨੇ ਕੇਵਲ ਇੱਕ ਐਗਜ਼ਾਮਪਲ ਦਾ ਜਦੋਂ ਇੱਕ ਪੱਖ ਲਿਆ, ਪਰ ਜਿਹਦੇ ਵਿੱਚ ਕੀਮਤੀ ਹੀਰਾ ਹੋਵੇ। ਹਾਲਾਂਕਿ ਅੱਜ ਪਹਾੜਾਂ ਦੀ ਮਾਈਨਿੰਗ ਜਦੋਂ ਕੀਤੀ ਜਾਂਦੀ ਹੈ, ਉਹਨਾਂ ਦੇ ਵਿੱਚੋਂ ਕੋਇਲੇ ਤੋਂ ਲੈ ਕੇ ਕਈ ਕਿਸਮ ਦੇ ਸਿਲਵਰ, ਆਇਰਨ, ਹੋਰ ਮੈਟਲਸ, ਸੋਨਾ ਤੱਕ ਨਿਕਲਦਾ ਹੈ। ਜੈਮਸਟੋਨ, ਕਈ ਕਿਸਮ ਦੇ ਹੀਰੇ ਵਗੈਰਾ ਉਹਦੇ 'ਚੋਂ ਨਿਕਲਦੇ ਨੇ। ਯੂਰੇਨੀਅਮ, ਥੋਰੀਅਮ ਵਰਗੀਆਂ ਬੜੀਆਂ ਕੀਮਤੀ ਧਾਤਾਂ ਜਦੋਂ ਪਤਾ ਲੱਗਦਾ ਵੀ ਫਲਾਣੀ ਥਾਂ ਦੇ ਉੱਤੇ ਇਹ ਰਿਜ਼ਰਵ ਹੈ ਨੇ, ਤੇ ਕਈ ਵਾਰੀ ਲੋਕਾਂ ਕੋਲੋਂ ਸਰਕਾਰਾਂ ਨਾਲ ਪਹੁੰਚ ਕਰਕੇ ਤਰਲੇ ਲੈ ਕੇ ਤੇ ਉੱਥੇ ਮਾਈਨਿੰਗ ਕਰਨ ਦੇ ਆਰਡਰ ਲਏ ਜਾਂਦੇ ਨੇ ਵੀ ਸਾਨੂੰ ਆਰਡਰ ਕੀਤਾ ਜਾਏ। ਵੱਡੀ ਕੰਪਨੀਆਂ ਉਹਦੇ ਬਾਰੇ ਰਿਸਰਚ ਵੀ ਕਰਦੀਆਂ ਨੇ, ਤੇ ਅਸਲ ਦੇ ਵਿੱਚ ਉਹਨਾਂ ਦੀ ਅੰਦਰੋਂ ਇੱਛਾ ਹੁੰਦੀ ਹੈ ਵੀ ਇਹ ਸਾਡੇ ਕੋਲ ਆਉਣਾ ਚਾਹੀਦਾ, ਇਹਦਾ ਮਾਈਨਿੰਗ ਦਾ ਕੰਮ। ਸੇਮ ਇਸੇ ਤਰ੍ਹਾਂ ਨਾ ਮਨੁੱਖਾ ਜ਼ਿੰਦਗੀ ਦੇ ਵਿੱਚ ਵੀ ਹੁੰਦਾ ਹੈ। ਵੈਸੇ ਗੁਰੂ ਸਾਹਿਬ ਜੀ ਨੇ ਆਮ ਬੰਦੇ ਦੀ ਜ਼ਿੰਦਗੀ ਨੂੰ, ਇਹ ਸਾਰੀ ਦੁਨੀਆ ਨੂੰ ਜੇ ਪਹਾੜ ਦੀ ਤਰ੍ਹਾਂ ਮੰਨ ਲਈਏ, ਤੇ ਗੁਰੂ ਸਾਹਿਬ ਜੀ ਕਹਿੰਦੇ ਮਨਮੁਖ ਪੱਥਰ ਸ਼ੈਲ ਹੈ, ਨਾ ਤਿਸ ਭਗਤ ਨਾ ਨਾਮ। ਮਨਮੁਖ ਬੰਦਾ ਪੱਥਰ ਦੀ ਤਰ੍ਹਾਂ ਹੈ। ਪੱਥਰ ਵੀ ਕਈ ਵਾਰੀ ਕੰਮ ਆ ਜਾਂਦਾ, ਪਰ ਬੰਦੇ ਨੂੰ ਉਦਾਹਰਨਾਂ ਇਹ ਦਿੱਤੀਆਂ ਗਈਆਂ ਨੇ। ਕਈ ਵਾਰੀ ਤੇ ਬੰਦਾ ਅਸਲ ਵਿੱਚ ਸਮਾਜ ਦਾ ਨੁਕਸਾਨ ਹੀ ਕਰਦਾ, ਵੱਡਾ ਕ੍ਰਿਮੀਨਲ ਬਣ ਕੇ ਜਾਂ ਜ਼ਾਲਮ ਬਣ ਕੇ।
ਜਿਵੇਂ ਅਹਿਮਦ ਸ਼ਾਹ ਅਬਦਾਲੀ ਦਾ ਜ਼ਿਕਰ ਹੈ ਬਾਬਾ ਦੀਪ ਸਿੰਘ ਜੀ ਦੇ ਨਾਲ ਹੀ। ਤੇ ਇਸੇ ਤਰ੍ਹਾਂ ਪਰ ਕੁਝ ਵਿਰਲੇ ਮਨੁੱਖ ਹੁੰਦੇ ਨੇ ਜਿਹੜੇ ਸ਼ਬਦ ਰੂਪੀ ਹੀਰੇ ਨਾਲ ਜੁੜ ਕੇ ਆਪਣੀ ਕੀਮਤ ਇਸ ਦੁਨੀਆ ਦੇ ਵਿੱਚ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ। ਫਿਰ ਉਹ ਜਿਹੜੀ ਥਾਂ ਤੇ ਵਿਚਰਦੇ ਨੇ ਲੋਕਾਂ ਨੂੰ ਅਧਿਆਤਮਕ ਅਮੀਰੀ ਦਾ ਅਹਿਸਾਸ ਹੁੰਦਾ ਉਹਨਾਂ ਦੀ ਹੋਂਦ ਦੇ ਵਿੱਚ। ਉਹ ਸਮਾਜ ਦੇ ਜੈਮਸ ਹੁੰਦੇ ਨੇ, ਕੀਮਤੀ ਹੀਰੇ ਮੋਤੀ ਹੁੰਦੇ ਨੇ ਸਮਾਜ ਦੇ। ਤੀਸਰੀ ਉਦਾਹਰਨ ਭਾਈ ਸਾਹਿਬ ਜੀ ਨੇ ਦਿੱਤੀ ਹੈ, ਕਹਿੰਦੇ ਨੇ ਜਿਵੇਂ ਸਮੁੰਦਰ ਦੇ ਵਿੱਚ ਨਾ ਬਹੁਤ ਸਾਰੇ ਜੀਵ ਜੰਤ ਹੁੰਦੇ ਨੇ, ਪਰ ਜਿੱਥੇ ਕੀਮਤੀ ਜਿਹੜੇ ਮੋਤੀ ਹੁੰਦੇ ਨੇ ਨਾ ਹੰਸ, ਉੱਥੇ ਜਾ ਕੇ ਚੁਗਦੇ ਨੇ। ਤੈਸੇ ਗੁਰ ਚਰਨ ਸ਼ਰਨ ਆਵਤ ਹੈ ਅਨੇਕ ਸਿੱਖ, ਜਾ ਮੈਂ ਗੁਰ ਗਿਆਨ ਤਾਹੇ ਲੋਕ ਲਪਟਾਤ ਹੈ। ਇਸ ਤਰ੍ਹਾਂ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਕੇ ਜਾਣ ਵਾਲੇ ਲੋਕ ਬਹੁਤ ਹੁੰਦੇ ਨੇ ਤੇ ਵੱਖ-ਵੱਖ ਭਾਵਨਾਵਾਂ ਦੇ ਨਾਲ ਆਉਂਦੇ ਨੇ। ਜਿਵੇਂ ਗੁਰੂ ਸਾਹਿਬ ਜੀ ਦਾ ਇੱਕ ਸ਼ਬਦ ਪੜ੍ਹਦੇ ਆ ਨਾ, ਸਤਿਗੁਰ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਐ। ਏਕ ਨਦਰ ਕਰ ਦੇਖੈ ਸਭ ਉਪਰ, ਜਿਹਾ ਕੋਈ ਭਾਉ ਕਰੇ ਤੇਹਾ ਫਲ ਪਾਈਐ। ਗੁਰੂ ਸਾਹਿਬ ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖਦੇ ਨੇ। ਜਿਵੇਂ ਕਲਾਸ ਦੇ ਵਿੱਚ ਕਈ ਸਟੂਡੈਂਟ ਪੜ੍ਹਦੇ ਨੇ ਨਾ, ਜਿਨ੍ਹਾਂ ਦਾ ਜਿੰਨੀ ਕੰਸਨਟ੍ਰੇਸ਼ਨ ਹੋਏਗੀ, ਫੋਕਸ ਹੋਏਗਾ ਪੜ੍ਹਾਈ ਤੇ, ਜਿੰਨਾ ਉਹਨਾਂ ਨੇ ਮਿਹਨਤ ਕੀਤੀ ਹੋਏਗੀ, ਤੇ ਅਸਲ ਦੇ ਵਿੱਚ ਓਨਾ ਹੀ ਉਹ ਆਪਣੇ ਆਪ ਨੂੰ ਤਰਾਸ਼ ਸਕਣਗੇ। ਸਾਰੇ ਉਸ ਲੈਵਲ ਦੇ ਉੱਤੇ ਨਹੀਂ ਪਹੁੰਚਦੇ। ਸੇਮ ਗੁਰੂ ਦੀ ਹਜ਼ੂਰੀ ਦੇ ਵਿੱਚ ਜਿੰਨਾ ਗੁਰੂ ਦੀ ਸ਼ਬਦ ਬਾਣੀ ਦੇ ਨਾਲ ਪ੍ਰੇਮ ਹੋਏਗਾ, ਬਾਣੀ ਦੀ ਅੰਡਰਸਟੈਂਡਿੰਗ ਤੋਂ ਬਾਅਦ ਬੰਦਾ ਸਮਰਪਿਤ ਹੋਏਗਾ, ਓਨਾ ਕੁ ਗੁਰੂ ਦੇ ਦਰ ਤੋਂ ਲੈ ਸਕਦਾ ਹੈ। ਇੱਕ ਨਜ਼ਰ ਕਰ ਦੇਖਿਆ ਸਭ ਉੱਪਰ, ਜਿਹਾ ਕੋਈ ਭਾਵ ਕਰੇ ਤੇਹਾ ਫਲ ਪਾਈਆ। ਓਨਾ ਕੁ ਰਿਜ਼ਲਟ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਨਿਕਲਦਾ ਹੈ। ਕੱਲ ਅਸੀਂ ਸਮਝਣ ਦਾ ਯਤਨ ਕੀਤਾ ਵੀ 18 ਸਾਲ ਦੀ ਉਮਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਆ ਗਏ ਨੇ ਤੇ 82 ਦਾ ਉਹਨਾਂ ਦਾ ਜਨਮ ਹੈ। ਤੇ ਤਕਰੀਬਨ ਕੁਝ ਵਿਦਵਾਨਾਂ ਨੇ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਤੇ ਕੁਝ ਨੇ ਬਾਅਦ ਦੇ ਵਿੱਚ ਵੀ ਜ਼ਿਕਰ ਕੀਤਾ ਵੀ ਉਹਨਾਂ ਦੇ ਦਿਨਾਂ ਦੇ ਦੌਰਾਨ ਹੀ ਬਾਬਾ ਦੀਪ ਸਿੰਘ ਜੀ ਨੇ ਗੁਰੂ ਸਾਹਿਬ ਜੀ ਕੋਲੋਂ ਹੀ ਅੰਮ੍ਰਿਤ ਜਿਹੜਾ ਪਾਨ ਕੀਤਾ। ਦੂਸਰਾ ਸੀ ਜਿਹੜਾ 3-4 ਸਾਲ ਦਾ ਸਮਾਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਉਹ ਰਹੇ ਨੇ ਨਾ, ਉਹਦੇ 'ਚ ਉਹਨਾਂ ਨੇ ਹਥਿਆਰਾਂ ਦੀ, ਹਰ ਕਿਸਮ ਦੇ ਹਥਿਆਰਾਂ ਦੀ ਪ੍ਰੈਕਟਿਸ ਕਰ ਲਈ ਸੀ। ਨਾਲ ਨਾਲ ਕਈ ਭਾਸ਼ਾਵਾਂ ਦੀ ਜਾਣਕਾਰੀ, ਜਿਹੜੀ ਖਾਸ ਕਰਕੇ ਅਰੈਬਿਕ ਲੈਂਗੁਏਜ ਹੈ, ਪਰਸ਼ੀਅਨ ਹੈ, ਉਰਦੂ ਹੈ, ਤੇ ਗੁਰਮੁਖੀ ਤੇ ਗੁਰੂ ਅੰਗਦ ਸਾਹਿਬ ਜੀ ਦੇ ਸਮੇਂ ਤੋਂ ਹੀ ਗੁਰੂ ਚਰਨਾਂ ਦੇ ਵਿੱਚੋਂ ਸਿਖਾਈ ਜਾਂਦੀ ਸੀ। ਇਹ ਜਿਹੜੀਆਂ ਭਾਸ਼ਾਵਾਂ ਦੇ ਨਾਲ ਨਾਲ ਬਾਣੀ ਦਾ ਡੂੰਘਾ ਅਧਿਐਨ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਕੋਲ ਰਹਿ ਕੇ ਕੀਤਾ ਸੀ। ਤੇ ਗੁਰੂ ਸਾਹਿਬ ਆਪ ਜਦੋਂ ਵਿਚਰ ਕੇ ਬਾਣੀ ਦੀ ਵਿਚਾਰ ਕਰਦੇ ਸਨ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੋਰ ਵਿਦਵਾਨ ਸਿੱਖ ਸੀ, ਉਹਨਾਂ ਨਾਲ ਵਿਚਰਦਿਆਂ ਅਸਲ ਦੇ ਵਿੱਚ ਉਹ ਕੈਪੇਬਲ ਹੋ ਚੁੱਕੇ ਸਨ ਕਿ ਜਦੋਂ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਕਿਹਾ, ਗੁਰੂ ਸਾਹਿਬ ਜੀ ਨੂੰ ਰਿਕਵੈਸਟ ਕੀਤੀ ਕਿ ਅਸੀਂ ਆਪਣੇ ਬੱਚੇ ਦਾ ਵਿਆਹ ਕਰਨਾ ਚਾਹੁੰਦੇ ਹਾਂ, ਤੇ ਅਸਲ ਦੇ ਵਿੱਚ ਉਸ ਸਮੇਂ ਘਰ ਜਾਣ ਦੀ ਜਦੋਂ ਹਜ਼ੂਰ ਨੇ ਇਜਾਜ਼ਤ ਦਿੱਤੀ ਤੇ ਸਤਿਗੁਰੂ ਜੀ ਨੇ ਬਾਬਾ ਦੀਪ ਸਿੰਘ ਜੀ ਦੀ ਪ੍ਰਚਾਰ ਦੀ ਡਿਊਟੀ ਲਾਈ। ਕੱਲ ਇੱਥੇ ਤੱਕ ਅਸੀਂ ਬਾਚਿਆ ਸੀ। ਵੇਖੋ, ਪ੍ਰਚਾਰ ਨੂੰ ਨਾ ਗੁਰੂ ਸਾਹਿਬ ਨੇ ਕਦੇ ਵੀ ਇਗਨੋਰ ਨਹੀਂ ਕੀਤਾ। ਅੱਜ ਸਾਡੀਆਂ ਜਿਹੜੀਆਂ ਖਾਸ ਕਰਕੇ ਸੰਸਥਾਵਾਂ ਨੇ ਨਾ, ਕਈ ਵਾਰੀ ਬਹੁਤ ਵਾਰੀ ਵਿਚਰਦਿਆਂ ਹੋਇਆਂ ਨਾ ਨੌਜਵਾਨਾਂ ਦੇ ਅੰਦਰ ਵੀ ਇੱਕ ਮਿਸ ਅੰਡਰਸਟੈਂਡਿੰਗ ਹੈ। ਉਹ ਇਹ ਹੈ, ਜਦੋਂ ਅਸੀਂ ਕਿਹਾ ਜਾਂਦੇ ਹਾਂ ਵੀ ਸਿੱਖਾਂ ਨੂੰ ਵੀ ਪ੍ਰਚਾਰ ਕਰਨਾ ਚਾਹੀਦਾ, ਦੂਸਰੀ ਕਮਿਊਨਿਟੀ ਦੇ ਵਿੱਚ ਵੀ ਸਾਨੂੰ ਕਈ ਵਾਰੀ ਸ਼ੇਅਰ ਆਈਡੀਆਜ਼ ਗੁਰਬਾਣੀ ਦੇ ਕਰਨੇ ਚਾਹੀਦੇ ਨੇ, ਤਾਂ ਕਹਿੰਦੇ ਨਹੀਂ, ਅਸੀਂ ਕਿਸੇ ਨੂੰ ਕਨਵਰਟ ਨਹੀਂ ਕਰਦੇ। ਮੈਂ ਅਰਜ਼ ਕਰਨਾ, ਅਸੀਂ ਕਿਸੇ ਨੂੰ ਡਰਾ ਕੇ ਜਾਂ ਲਾਲਚ ਦੇ ਕੇ ਕਦੀ ਕਨਵਰਟ ਨਹੀਂ ਕਰਨਾ, ਪਰ ਅਸਲ ਦੇ ਵਿੱਚ ਗੁਰਬਾਣੀ ਦੀ ਆਈਡੀਓਲੋਜੀ ਦਾ ਪ੍ਰਚਾਰ ਕਰਨਾ ਇਹ ਜਿਹੜਾ ਬੜਾ ਜ਼ਰੂਰੀ ਹੈ। ਇਹ ਗੁਰੂ ਸਾਹਿਬਾਨਾਂ ਨੇ ਕਦੇ ਵੀ ਇਗਨੋਰ ਨਹੀਂ ਕੀਤਾ ਆਪਣੇ ਜੀਵਨ ਦੇ ਵਿੱਚ। ਗੁਰੂ ਨਾਨਕ ਸਾਹਿਬ ਜੀ ਨੇ ਆਪ ਕਈ ਹਿੰਦੁਸਤਾਨ ਦੇ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਜਾ ਕੇ, ਫਿਰ ਦੂਸਰੇ ਦੇਸ਼ਾਂ ਦੇ ਵਿੱਚ ਜਾ ਕੇ, ਗੁਰੂ ਅੰਗਦ ਸਾਹਿਬ ਜੀ ਨੇ ਬਾਣੀ ਦੇ ਲਈ ਸਕੂਲ, ਜਿਹੜੀ ਖਾਸ ਕਰਕੇ ਪੰਜਾਬੀ ਦੇ ਅੱਖਰ ਬਣਤਰ, ਤੇ ਉਸ ਤੋਂ ਬਾਅਦ ਜਿਹੜੇ ਨਾਲ ਹੀ ਜਿਹੜੇ ਗੁਰਮੁਖੀ ਦੇ ਲਈ ਸਕੂਲ ਖੋਲ੍ਹਦੇ ਨੇ,
ਇਹ ਲਗਾਤਾਰ ਪ੍ਰਬੰਧ ਗੁਰੂ ਸਾਹਿਬਾਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਸੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ 22 ਮੰਜੀਆਂ, 52 ਪੀੜੇ, 75 ਪੰਘੂੜੇ ਜਿਨ੍ਹਾਂ ਨੂੰ ਜ਼ਿਕਰ ਕੀਤਾ ਜਾਂਦਾ, ਜਿਹਦਾ ਮਤਲਬ ਮੰਜੀਆਂ ਸੀ ਜਿੱਥੇ ਅਸਲ ਵਿੱਚ ਸਿੱਖਾਂ ਨੂੰ ਟ੍ਰੇਨਿੰਗ ਦੇ ਕੇ ਪਹਿਲਾਂ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਸਿਧਾਂਤਕ ਜਾਣਕਾਰੀ ਪੂਰੀ ਕਰਕੇ ਜਿਹੜੇ ਕੈਪੇਬਲ ਹੋ ਜਾਂਦੇ ਸਨ ਵੀ ਹੁਣ ਗੁਰਬਾਣੀ ਦੀ ਵਿਚਾਰਧਾਰਾ ਨੂੰ ਪਿਓਰ ਰੂਪ ਦੇ ਵਿੱਚ ਉਹ ਪ੍ਰਚਾਰ ਸਕਦੇ ਨੇ, ਉਹਨਾਂ ਦੀ ਧਰਮ ਪ੍ਰਚਾਰ ਦੀ ਡਿਊਟੀ ਲਾ ਦਿੱਤੀ ਜਾਂਦੀ ਸੀ। ਅੱਜ ਵੀ ਵਿਚਾਰਾਂ ਕਰਦੇ ਨੇ, ਇੱਕ ਗੱਲ ਮਨ ਦੇ ਵਿੱਚ ਬੜੀ ਪਹਿਲੀ ਵਾਰੀ ਮੇਰੇ ਕਲਿੱਕ ਹੋਈ, ਕਈ ਵਾਰੀ ਅਸੀਂ ਨਾ ਦੂਸਰੀ ਆਈਡੀਓਲੋਜੀ ਤੋਂ ਪ੍ਰਭਾਵਿਤ ਹੁੰਦੇ ਹਾਂ। ਜਿਹਨੂੰ ਮਰਜ਼ੀ ਖਾਸ ਕਰਕੇ ਪ੍ਰਚਾਰ ਦੇ ਵਿੱਚ ਹਿੱਸਾ ਲੈਣ ਦੀ ਗੱਲ ਜਿਹੜੀ ਕੀਤੀ ਜਾਂਦੀ ਨਾ, ਇਹਦੇ ਤੇ ਵੀ ਸੋਚਣਾ ਬਣਦਾ ਕਈ ਵਾਰੀ, ਕਿਉਂਕਿ ਵੈਸੇ ਤੇ ਆ ਕੇ ਸਾਰੇ ਬਾਣੀ ਸਿੱਖ ਕੇ ਉਸ ਲੈਵਲ ਤੇ ਪਹੁੰਚ ਸਕਦੇ ਨੇ, ਕਿਸੇ ਨੂੰ ਮਨਾ ਨਹੀਂ ਕੀਤਾ ਗਿਆ। ਪਰ ਜਿਵੇਂ ਅੱਜ ਤੁਸੀਂ ਵੇਖੋ ਕਿਸੇ ਵੀ ਜੀਵਨ ਦੇ ਫੀਲਡ ਦੇ ਵਿੱਚ ਨਾ ਇਹ ਬੰਦੇ ਨੂੰ ਉੱਥੇ ਤੱਕ ਪਹੁੰਚਣਾ ਬੜਾ ਜ਼ਰੂਰੀ ਹੁੰਦਾ। ਅੱਜ ਜਿਹੜੇ ਸਾਡੇ ਜਿਸ ਜ਼ਮਾਨੇ ਦੇ ਵਿੱਚ ਅਸੀਂ ਰਹਿ ਰਹੇ ਹਾਂ ਨਾ ਜਿਹੜਾ, ਤੇ ਇਹ 21 ਸੈਂਚਰੀ ਦਾ ਸਭ ਤੋਂ ਵੱਡਾ ਇੱਕ ਜਿਹੜਾ ਦੁਖਾਂਤ ਇਹ ਵੀ ਹੈ ਵੀ ਅੱਜ ਲਗਜ਼ਰੀ ਆਫ ਨੌਲੇਜ ਹੈ ਬੰਦੇ ਕੋਲ। ਫੇਸਬੁੱਕ ਤੇ ਹਰ ਬੰਦਾ ਹੀ ਟੀਚਰ ਬਣਿਆ ਹੋਇਆ ਔਰ ਹਰ ਫੀਲਡ ਦਾ ਬਣਿਆ ਹੋਇਆ। ਕੇਵਲ ਧਰਮ ਨਹੀਂ, ਸਾਇੰਸ ਦੀ ਸੂਡੋ ਸਾਇੰਸ ਜਾਂ ਫੇਕ ਜਾਣਕਾਰੀ ਦਿੱਤੀ ਜਾ ਰਹੀ ਹੈ। ਹੋਰ ਹਰ ਟੌਪਿਕ ਦੇ ਉੱਤੇ ਫੇਕ ਆਈਡੀਆਜ਼ ਛੱਡੇ ਜਾ ਰਹੇ ਨੇ। ਤੇ ਇੱਕ ਐਂਥਰੋਪੋਲੋਜਿਸਟ ਹੈ, ਵੈਸੇ ਹਿਸਟੋਰੀਅਨ ਵੀ ਹੈ, ਯੂਵਲ ਨੋਆ ਹਰਾਰੀ, ਉਹ ਕਹਿੰਦਾ ਇਸ ਸਦੀ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੋਏਗੀ ਵੀ ਤੁਹਾਡੇ ਕੋਲ ਲਗਜ਼ਰੀ ਆਫ ਇਨਫੋਰਮੇਸ਼ਨ ਹੈ ਤੇ ਤੁਹਾਨੂੰ ਇਹ ਨਹੀਂ ਪਤਾ ਲੱਗਣਾ ਵੀ ਕਿਹੜੀ ਕਰੈਕਟ ਹੈ ਤੇ ਕਿਹੜੀ ਇਨਕਰੈਕਟ ਹੈ, ਵੀ ਬੰਦੇ ਹੈਕ ਹੋਣਗੇ ਅਸਲ ਦੇ ਵਿੱਚ। ਤੇ ਔਰ ਧਰਮਾਂ 'ਚ ਸਦੀਆਂ ਤੋਂ ਹੁੰਦੇ ਆਏ ਨੇ ਜਿਹੜਾ। ਇਸ ਕਰਕੇ ਤੁਸੀਂ ਵੇਖੋ, ਜੇ ਮੰਨ ਲਓ ਮੈਡੀਕਲ ਫੀਲਡ ਹੈ ਤੇ ਜੇ ਕੋਈ ਵੀ ਸੈਂਸਰ ਬੋਰਡ ਨਾ ਹੋਵੇ ਤੇ ਫਾਰਮਾਸਿਊਟੀਕਲ ਕੰਪਨੀ ਤੇ ਜਿਹੜਾ ਮਰਜ਼ੀ ਪ੍ਰੋਡਕਟ ਬਣਾ ਕੇ, ਆ ਹਿੰਦੁਸਤਾਨ ਦੇ ਵਿੱਚ ਹੈ 65% ਦਵਾਈਆਂ ਨੇ ਆ ਪਿੱਛੇ ਜੇ ਜਿਹੜੀਆਂ ਬਿਲਕੁਲ ਆਊਟਡੇਟਡ ਹੋ ਚੁੱਕੀਆਂ, ਪਰ ਉਹਨਾਂ ਨੂੰ ਇਸ ਸਾਲ ਜਿਹੜਾ ਵੇਚਿਆ ਗਿਆ ਜਿਹੜਾ ਰਿਪੋਰਟ ਸੀ। ਤੇ ਇਸੇ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਬੈਨ ਹੋਣਾ ਚਾਹੀਦਾ ਉਹ ਵੀ ਵੇਚੀਆਂ ਜਾਂਦੀਆਂ। ਫਿਰ ਮੰਨ ਲਓ ਡਾਕਟਰ ਹੈ, ਜੇ ਲਾਇਸੈਂਸਿੰਗ ਦੀ ਇੱਕ ਪ੍ਰਕਿਰਿਆ ਨਾ ਹੋਵੇ, ਸਟੱਡੀ 'ਚੋਂ ਨਾ ਨਿਕਲਣਾ ਹੋਵੇ, ਜਿਹਨੂੰ ਮਰਜ਼ੀ ਅਸੀਂ ਕਹਿ ਦਈਏ, ਜਿਵੇਂ ਪਿੰਡਾਂ 'ਚ ਵੈਦ ਸੀ ਤੇ ਨੀਮ ਹਕੀਮ ਖਤਰਾ ਜਾਨ ਹੋਏਗਾ। ਹਰ ਫੀਲਡ ਦੇ ਵਿੱਚ ਇਸ ਤਰ੍ਹਾਂ ਵਾਪਰ ਸਕਦਾ ਜੇ ਬੰਦੇ ਕੋਲ ਪ੍ਰੋਪਰ ਐਜੂਕੇਸ਼ਨ ਨਹੀਂ ਹੈ। ਤੇ ਸਾਡੀ ਕੌਮ ਨਾਲ ਬੜਾ ਕੁਝ ਵਾਪਰਿਆ। ਤੁਸੀਂ ਵੇਖੋ ਜਿਹੜਾ ਮਰਜ਼ੀ ਸਾਧ ਬਣ ਜਾਂਦਾ, ਦਸਮ ਦੁਆਰ ਖੋਲ੍ਹਣ ਲੱਗ ਪੈਂਦਾ, ਕਈਆਂ ਨੂੰ ਜਿਹੜਾ ਅਧਿਆਤਮਿਕ ਅਵਸਥਾ ਵਾਪਰ ਜਾਂਦੀ, ਸੈਲਫ ਮੇਡ ਬੰਦੇ ਬੜੇ ਨੇ ਪ੍ਰੀਚ ਕਰਨ ਵਾਲੇ। ਇਸ ਕਰਕੇ ਉਸ ਸਮੇਂ ਆਈਡੀਓਲੋਜੀ ਦਾ ਖਾਸ ਕਰਕੇ ਘਾਣ ਹੁੰਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਦੇ ਸਮੇਂ ਨਾ ਜਿਹੜਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਮੇਂ ਵੀ ਤੁਹਾਨੂੰ ਪਤਾ ਜਿਹੜਾ ਮਸੰਦ ਗੁਰੂ ਸਾਹਿਬ ਨੇ ਥਾਪੇ ਸੀ, ਉਹ ਵੀ ਜਦੋਂ ਪਹਿਲੀ ਵਾਰੀ ਉੱਚੇ ਸੁੱਚੇ ਕਰੈਕਟਰ ਵਾਲੇ ਹੁੰਦੇ ਸੀ। ਅੱਜ ਭਾਵੇਂ ਉਹ ਸ਼ਬਦ ਬਦਨਾਮ ਹੋ ਗਿਆ। ਉਹਦਾ ਕਾਰਨ ਹੈ ਇੰਸਟੀਟਿਊਸ਼ਨ ਕੋਈ ਵੀ ਹੋਵੇ, ਕੁਝ ਸਮੇਂ ਬਾਅਦ ਉਹਦੇ 'ਚ ਫਲਾਜ਼ ਆਉਂਦੇ ਨੇ ਕਿਸੇ ਵੀ ਫੀਲਡ ਦੇ ਵਿੱਚ, ਪਰ ਉਹਨੂੰ ਟੋਟਲੀ ਜਿਹੜਾ ਬੰਦ ਨਹੀਂ ਹੋ ਸਕਦਾ। ਉਹ ਜਿਵੇਂ ਮੰਨ ਲਓ ਆਰਮੀ ਜਾਂ ਪੁਲਿਸ ਅਫਸਰ ਨੇ, ਕਈ ਰਿਸ਼ਵਤ ਲੈਂਦੇ ਫੜੇ ਜਾਂਦੇ ਨੇ, ਤੇ ਆਪਾਂ ਟੋਟਲੀ ਸਿਸਟਮ ਡਿਸਟਰੋਏ ਕਰਕੇ ਤਾਂ ਨਹੀਂ ਚੱਲ ਸਕਦਾ ਵੀ ਪੁਲਿਸ ਹੋਵੇ ਹੀ ਨਾ। ਜਾਂ ਇਹ ਵੀ ਨਹੀਂ ਇਜਾਜ਼ਤ ਦਿੱਤੀ ਜਾ ਸਕਦੀ ਵੀ ਜੇ ਪੁਲਿਸ ਦੇ 2-4 ਅਫਸਰ ਭ੍ਰਿਸ਼ਟ ਨੇ ਤੇ ਹਰ ਬੰਦੇ ਨੂੰ ਕਹਿ ਦਿਆ ਜਾਏ ਵੀ ਆਪਣੀ ਮਰਜ਼ੀ ਦੇ ਨਾਲ ਹੀ ਤੂੰ ਪੁਲਿਸ ਵਾਲਾ ਬਣ ਕੇ ਘੁੰਮੀ ਜਾ। ਕਹਿਣ ਦਾ ਮਤਲਬ ਉਹਦੀ ਇੱਕ ਪ੍ਰਕਿਰਿਆ ਹੈ। ਇਸ ਤਰ੍ਹਾਂ ਡਾਕਟਰ ਨੇ, ਤੇ ਡਾਕਟਰਾਂ ਦੇ ਵਿੱਚ ਵੀ ਬਹੁਤ ਸਾਰੇ ਹੋਣਗੇ। ਇੰਡੀਆ ਦੇ ਵਿੱਚ ਤੇ ਵਾਪਰਦਾ, ਕਈ ਕਿਡਨੀ ਕੱਢ ਕੇ ਵੇਚ ਦਿੰਦੇ ਨੇ, ਕਈ ਵੈਸੇ ਕੁਝ ਵਾਪਰ ਜਾਂਦਾ। ਤੇ ਆਪਾਂ ਉਸ ਸਿਸਟਮ ਨੂੰ ਟੋਟਲੀ ਨਹੀਂ ਡਿਸਟਰੋਏ ਕਰਦੇ, ਉਹਦੇ ਵਿੱਚ ਸੁਧਾਰ ਕੀਤਾ ਜਾਂਦਾ ਇੰਸਟੀਟਿਊਸ਼ਨ ਦੇ ਵਿੱਚ। ਇਹ ਜੀਵਨ ਦੇ ਵਿੱਚ ਹਰ ਥਾਂ ਤੇ ਪਬਲਿਕ ਨੂੰ ਵੀ ਅਵੇਅਰ ਰਹਿਣਾ ਚਾਹੀਦਾ, ਆਮ ਬੰਦੇ ਨੂੰ। ਪਰ ਉਹ ਜਿਸ ਥਾਂ ਦੇ ਉੱਤੇ ਜ਼ਿੰਮੇਵਾਰੀ ਲਾਈ ਜਾਣੀ ਹੈ ਉਹਦਾ ਵੀ ਇੱਕ ਸੈਂਟਰ ਬੋਰਡ ਹੋਣਾ ਚਾਹੀਦਾ, ਤਾਂ ਕਿ ਜਿਹੜਾ ਵਿਚਾਰਧਾਰਾ ਦੀ ਪਿਓਰਿਟੀ ਬਣੀ ਰਹੇ। ਉਹ ਜਿਹੜੀ ਇਹ ਖਾਸ ਕਰਕੇ ਸਿੱਖਾਂ ਦੇ ਵਿੱਚ ਅੱਜ ਹੈ ਨਹੀਂ। ਇਸ ਕਰਕੇ ਤੁਸੀਂ ਵੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰੀਆਂ ਥਾਵਾਂ ਤੇ ਲਾਗੂ ਨਹੀਂ ਹੋ ਸਕੀ। ਸਿੱਖਾਂ ਦੀ ਇੱਕ ਰਹਿਤ ਮਰਿਆਦਾ ਨਹੀਂ, ਸੈਂਕੜੇ ਰਹਿਤ ਮਰਿਆਦਾ ਨੇ
ਤੇ ਉਹ ਜਿਹੜੀਆਂ ਜਿਹੜੇ ਡੇਰੇ ਚਲੇ ਜਾਓ ਵੱਖਰੀ ਮਰਿਆਦਾ, ਜਿਹੜੀ ਸੰਸਥਾ ਵੱਖਰੀ, ਸਾਡਾ ਰਲਦਾ ਨਹੀਂ। ਇੱਥੋਂ ਤੱਕ ਅੱਜ ਅਸੀਂ ਅੰਮ੍ਰਿਤ ਛਕਣ ਦੀ ਗੱਲ ਕਰਨੇ ਆ, ਤੇ ਅੰਮ੍ਰਿਤ ਵੀ ਮੈਨੂੰ ਮਾਫ ਕਰਨਾ, ਜਿਹੜਾ ਗੁਰੂ ਸਾਹਿਬ ਜੀ ਨੇ ਪੰਥ ਸਜਾਇਆ ਸੀ ਨਾ, ਉਹ ਚੀਜ਼ ਨਹੀਂ, ਬਲਕਿ ਉਹ ਸੰਸਥਾਵਾਂ ਦਾ ਹੋ ਚੁੱਕਾ ਹੈ। ਜਦੋਂ ਕਿਧਰੇ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ, ਤੇ ਜੇ ਕਿਧਰੇ ਜਿਸ ਸੰਸਥਾ ਤੋਂ ਛਕਿਆ ਨਾ ਬੰਦਾ, ਉਹਦਾ ਹੀ ਪੇਟੈਂਟ ਬਣ ਕੇ ਰਹਿ ਜਾਂਦਾ। ਅਸਲ ਦੇ ਵਿੱਚ ਜਿਹੜੀ ਵਿਚਾਰਧਾਰਾ, ਇਸ ਕਰਕੇ ਤੁਸੀਂ ਵੇਖੋ ਬਹੁਤੀ ਵਾਰੀ ਜਿਹੜੇ ਅੱਜ ਸਿੱਖਾਂ ਦੇ ਵਿੱਚ ਵੀ ਸਾਡੇ ਬੰਦੇ ਮਿਲਦੇ ਨੇ ਨਾ, ਕੋਈ ਬੰਦਾ ਟਕਸਾਲੀ ਹੈ, ਕੋਈ ਮਿਸ਼ਨਰੀ, ਕੋਈ ਸ਼੍ਰੋਮਣੀ ਕਮੇਟੀ ਦੇ ਨਾਲ ਸੰਬੰਧਿਤ ਹੈ, ਕੋਈ ਅਖੰਡ ਕੀਰਤਨ ਦੇ ਨਾਲ। ਤੇ ਮੈਨੂੰ ਮਾਫ ਕਰਨਾ, ਮੈਨੂੰ 25 ਸਾਲ ਹੋ ਗਏ ਨੇ, ਮੈਂ ਕਈ ਵਾਰੀ ਇਹ ਗੱਲ ਕਹਿਣਾ, ਤੁਸੀਂ ਕਿਸੇ ਵੀ ਸਿੱਖ ਨਾਲ ਅੰਮ੍ਰਿਤਧਾਰੀ ਨਾਲ ਡਾਇਲਾਗ ਕਰਕੇ ਦੇਖੋ, ਕੁਝ ਮਿੰਟਾਂ ਬਾਅਦ ਤੁਹਾਨੂੰ ਕਿਸੇ ਨਾ ਕਿਸੇ ਆਪਣੀ ਸੰਸਥਾ ਨੂੰ ਵਧੀਆ ਕਹੇਗਾ, ਦੂਜੇ ਨਾਲੋਂ ਹੇਟ ਕਰਦਾ ਹੋਇਆ, ਨਫ਼ਰਤ ਕਰਨ ਤੋਂ ਬਿਨਾ ਸਿੱਖ ਹੀ ਨਹੀਂ ਲੱਭ ਰਿਹਾ। ਜਿਹੜਾ ਵੀ ਇਹੋ ਜਿਹਾ ਤੁਹਾਨੂੰ ਬੜਾ ਘੱਟ ਮਿਲੇਗਾ, ਜਿਹੜਾ ਅੰਮ੍ਰਿਤਧਾਰੀ ਵੀ ਹੋਵੇ ਤੇ ਕਿਸੇ ਨਾ ਕਿਸੇ ਨਾਲ ਨਫ਼ਰਤ ਨਾ ਕਰਦਾ ਹੋਵੇ, ਨਹੀਂ ਤੇ ਉਹ ਦੂਸਰੀਆਂ ਸੰਸਥਾਵਾਂ ਨੂੰ ਤੇ ਹੇਟ ਕਰਦਾ ਹੀ ਹੋਏਗਾ, ਕੋਈ ਨਾ ਕਿਸੇ ਸਾਧ ਸੰਤ ਦੇ ਨਾਲ ਜੁੜਿਆ ਹੋਏਗਾ। ਗੁਰਬਾਣੀ ਦੀ ਜਿਹੜੀ ਮੇਨ ਵਿਚਾਰਧਾਰਾ ਹੈ, ਉਹ ਚੈਲੰਜ ਹੋਈ ਹੈ ਅਸਲ ਦੇ ਵਿੱਚ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤਧਾਰੀ ਸਿੰਘ ਕਹਿੰਦੇ ਨੇ, ਉਹ ਮਾਰਕੀਟ ਦੇ ਵਿੱਚ ਲੱਭਦਾ ਹੀ ਬੜਾ ਘੱਟ ਹੈ, ਵਿਰਲਾ ਹੋਏਗਾ, ਕਰੋੜਾਂ ਦੇ ਵਿੱਚੋਂ ਵਿਰਲਾ। ਇਸ ਕਰਕੇ ਉਸ ਸਮੇਂ ਗੁਰੂ ਸਾਹਿਬ ਜੀ ਦੇ ਕੋਲ ਰਹਿ ਕੇ ਬਾਬਾ ਦੀਪ ਸਿੰਘ ਜੀ ਨੇ ਬਕਾਇਦਾ ਜਿਹੜੀ ਤਿਆਰੀ ਕੀਤੀ। ਤਿਆਰੀ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਡਿਊਟੀ ਲਾਈ, ਕਿਉਂਕਿ ਬਾਕੀ ਗੁਰੂ ਸਾਹਿਬਾਨ ਵੀ ਇਸੇ ਤਰ੍ਹਾਂ ਪ੍ਰਚਾਰਕਾਂ ਨੂੰ ਵੱਖ-ਵੱਖ ਫੀਲਡ ਦੇ ਵਿੱਚ ਭੇਜਦੇ ਸਨ ਵੀ ਇਲਾਕੇ ਦੇ ਵਿੱਚ ਪ੍ਰਚਾਰ ਕਰਨ ਦੇ ਲਈ, ਤੇ ਉਹਨਾਂ ਨੇ ਨਾਲੇ ਬਾਣੀ ਦਾ ਅਭਿਆਸ ਕਰਾਉਣਾ ਜਿਸ ਇਲਾਕੇ ਦੇ ਵਿੱਚ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇੱਥੋਂ ਆਨੰਦਪੁਰੀ ਦੀ ਧਰਤੀ ਤੋਂ ਗੁਰੂ ਸਾਹਿਬ ਜੀ ਨੇ ਆਨੰਦਪੁਰ ਛੱਡਿਆ ਹੈ, ਤੇ ਸਰਸਾ ਦੇ ਕਿਨਾਰੇ ਕੁਝ ਸਿੱਖ ਸ਼ਹੀਦ ਹੋਏ ਨੇ। ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਜਿਹੜਾ ਸਾਕਾ ਚਮਕੌਰ ਵਾਪਰਿਆ ਹੈ, ਉਸ ਤੋਂ ਬਾਅਦ ਮੁਕਤਸਰ ਤੋਂ ਹੁੰਦਿਆਂ ਹੋਇਆਂ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਸਾਹਿਬ ਜੀ ਪਹੁੰਚੇ। ਉੱਥੇ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ, ਹਿਸਟੋਰੀਅਨ ਕਹਿੰਦੇ ਨੇ, ਸੱਦਾ ਭੇਜਿਆ, ਕਿਉਂਕਿ ਬਾਬਾ ਦੀਪ ਸਿੰਘ ਜੀ ਵਰਗੇ ਸਿੱਖਾਂ ਦੀ ਤੇ ਬੜੀ ਟ੍ਰੇਨਿੰਗ ਹੋ ਚੁੱਕੀ ਸੀ। ਤੇ ਵੈਸੇ ਵੀ ਜਦੋਂ ਗੁਰੂ ਸਾਹਿਬ ਉੱਥੇ ਗਏ, ਜਿਨ੍ਹਾਂ ਸਿੱਖਾਂ ਨੂੰ ਇਲਾਕੇ ਤੋਂ ਪਤਾ ਲੱਗਾ, ਕਿਉਂਕਿ ਚਮਕੌਰ ਸਾਹਿਬ ਦਾ ਸਾਕਾ ਵਾਪਰਿਆ ਸੀ, ਸਰਹੰਦ ਦੀ ਧਰਤੀ ਤੇ ਸਾਹਿਬਜ਼ਾਦੇ ਸ਼ਹੀਦ ਹੋਏ ਸੀ, ਤੇ ਸੁਭਾਵਕ ਵੀ ਸਿੱਖਾਂ ਨੇ ਗੁਰੂ ਸਾਹਿਬ ਜੀ ਨੂੰ ਮਿਲਣ ਵਾਸਤੇ ਆਉਣਾ ਹੀ ਸੀ। ਤੇ ਉੱਥੇ ਬਾਬਾ ਦੀਪ ਸਿੰਘ ਜੀ ਫਿਰ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਏ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਵਿਦਵਾਨ ਕਹਿੰਦੇ ਨੇ ਆਪਣੇ ਕੰਠੋਂ ਉਚਾਰਨ ਕਰਕੇ ਭਾਈ ਮਨੀ ਸਿੰਘ ਜੀ ਦੇ ਕੋਲੋਂ ਲਿਖਵਾਈ ਹੈ। ਤੇ ਸਿੱਖ ਕੌਮ ਦੇ ਵਿੱਚ ਸ਼ਖਸੀਅਤ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਦੇ ਪਿਤਾ ਭਾਈ ਨਾਰਾਇਣ ਸਿੰਘ ਜੀ, ਜਿਨ੍ਹਾਂ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਯਾਦ ਸੀ। ਇਹਨੂੰ ਮਿਰੈਕਲਸ ਵੇ ਦੇ ਨਾਲ ਨਹੀਂ, ਬਲਕਿ ਆਮ ਵੀ ਜਿਹੜਾ ਸਮਝਿਆ ਜਾ ਸਕਦਾ ਕਿ ਅਸਲ ਵਿੱਚ ਗੁਰੂ ਸਾਹਿਬ ਇੱਕ ਆਰਡੀਨਰੀ ਪਰਸਨੈਲਿਟੀ ਨਹੀਂ, ਗੁਰੂ ਐਕਸਟਰਾ ਆਰਡੀਨਰੀ ਪਰਸਨੈਲਿਟੀ ਹੈ, ਮਾਨੁਖ ਕਾ ਕਰ ਰੂਪ ਨਾ ਜਾਣ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉਸ ਸਮੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਰਜ ਕਰਕੇ ਆਪ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਰੂਪ ਵੀ ਉੱਥੇ ਲਿਖਵਾਇਆ ਭਾਈ ਮਨੀ ਸਿੰਘ ਜੀ ਦੇ ਕੋਲੋਂ। ਤੇ ਨਾਲ ਗੁਰੂ ਸਾਹਿਬ ਜੀ ਨੇ ਡੀਪਲੀ ਮੀਨਿੰਗ ਕਰਨੇ ਸ਼ੁਰੂ ਕੀਤੇ। ਲਗਾਤਾਰ ਬਾਣੀ ਦੀ ਵਿਚਾਰ ਚੱਲਦੀ ਰਹੀ, ਕਿਉਂਕਿ ਇਸ ਵਿਚਾਰਧਾਰਾ ਦੇ ਵਿੱਚੋਂ ਹੀ ਅਸਲ ਦੇ ਵਿੱਚ ਜੀਵਨ ਨਿਕਲਣੇ ਸੀ। ਵਿਚਾਰਧਾਰਾ ਦੇ ਵਿੱਚੋਂ ਹੀ ਆਉਣ ਵਾਲੀ ਦੁਨੀਆ ਨੂੰ ਜਿਹੜੀ ਸੇਧ ਮਿਲਣੀ ਸੀ। ਇਸ ਕਰਕੇ ਗੁਰੂ ਸਾਹਿਬ ਜੀ ਨੇ ਉੱਥੇ ਬਾਬਾ ਦੀਪ ਸਿੰਘ ਜੀ ਨੇ ਵੀ ਆਪਣੀ ਸੇਵਾ ਨਿਭਾਈ। ਜਦੋਂ ਗੁਰੂ ਸਾਹਿਬ ਜੀ ਉੱਥੋਂ ਜਾਣ ਲੱਗੇ ਨੇ ਤੇ ਬਾਬਾ ਦੀਪ ਸਿੰਘ ਜੀ ਇਸੇ ਦਮਦਮਾ ਸਾਹਿਬ ਦੀ ਧਰਤੀ ਤੇ ਹੀ ਟਿਕ ਕੇ ਜਿਹੜੀ ਇਹਨਾਂ ਨੂੰ ਧਰਮ ਪ੍ਰਚਾਰ ਦੀ ਸੇਵਾ ਹਜ਼ੂਰ ਨੇ ਦਿੱਤੀ ਹੈ। ਉੱਥੇ 4 ਬੀੜਾਂ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ, ਭਾਵੇਂ ਉਹਦੀ ਅਵੇਲੇਬਿਲਟੀ ਅੱਜ ਨਹੀਂ ਹੈ। ਜਿਵੇਂ ਅਰਬੀ ਦੇ ਵਿੱਚ ਕਹਿੰਦੇ ਨੇ ਇੱਕ ਧੰਨ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਿਆ ਗਿਆ, ਜਿਹੜਾ ਸਾਨੂੰ ਅਵੇਲੇਬਲ ਨਹੀਂ ਮਿਲਦਾ ਹੁਣ, ਪਰ ਬਾਬਾ ਦੀਪ ਸਿੰਘ ਜੀ ਨੇ ਉਸ ਸਮੇਂ ਜਿਹੜਾ ਲਿਖਿਆ।
ਇਸੇ ਤਰ੍ਹਾਂ ਫਾਰਸੀ ਦੇ ਵਿੱਚ ਤੇ ਗੁਰਮੁਖੀ ਦੇ ਵਿੱਚ ਵੱਖ-ਵੱਖ ਤਖਤਾਂ ਦੇ ਉੱਤੇ ਵੀ ਉਹ ਬੀੜਾਂ ਜਿਹੜੀਆਂ ਭੇਜੀਆਂ ਗਈਆਂ, 4 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਲਿਖੇ। ਇਹਦਾ ਮਤਲਬ ਇਹ ਸੀ ਵੀ ਗੁਰੂ ਸਾਹਿਬ ਜੀ ਨੇ ਉਸ ਸਮੇਂ ਜਿਹੜੇ ਇਲਾਕੇ 'ਚ ਵਿਚਰਦੇ ਸੀ ਉਸ ਲੋਕ ਭਾਸ਼ਾ ਦੇ ਵਿੱਚ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਹੀ ਜਦੋਂ ਗੁਰੂ ਸਾਹਿਬ ਕਿਧਰੇ ਬਗਦਾਦ ਦੀ ਧਰਤੀ ਤੇ ਜਾਂਦੇ ਨੇ ਤੇ ਗੁਰੂ ਸਾਹਿਬ ਜੀ ਉਹੋ ਜਿਹੇ ਸ਼ਬਦ ਤਲੰਗ ਰਾਗ ਦੇ ਵਿੱਚ ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਅਬ ਪਰਵਦਗਾਰ, ਉਹ ਜਿਹੜੇ ਪਰਸ਼ੀਅਨ ਸ਼ਬਦ ਗੁਰੂ ਸਾਹਿਬ ਜੀ ਬਾਣੀ ਦੇ ਵਿੱਚ ਵਰਤਦੇ ਨੇ। ਇਸੇ ਤਰ੍ਹਾਂ ਜੇ ਕਿਧਰੇ ਬ੍ਰਿਜ ਇਲਾਕੇ ਦੇ ਵਿੱਚ ਜਾਂਦੇ ਨੇ ਤੇ ਜਾਂ ਕਿਧਰੇ ਭਗਤ ਨਾਮਦੇਵ ਜੀ ਦੇ ਮਰਾਠੀ ਦੇ ਬੋਲੀ ਦੇ ਜਿਹੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ, ਜਿਹਦਾ ਮਤਲਬ ਸੀ ਰੱਬ ਦਾ ਜਿਹੜਾ ਗਿਆਨ ਹੈ ਮਨੁੱਖਤਾ ਲਈ ਉਹਨਾਂ ਦੀ ਲੋਕ ਭਾਸ਼ਾ ਦੇ ਵਿੱਚ ਉਹਦੀ ਅਵੇਲੇਬਿਲਟੀ ਹੋਣੀ ਚਾਹੀਦੀ ਹੈ ਔਰ ਸਾਰਿਆਂ ਕੋਲ ਹੋਣੀ ਚਾਹੀਦੀ ਹੈ। ਸਿੱਖਾਂ ਨੇ ਇਹਦੇ ਤੇ ਕੰਮ ਨਹੀਂ ਕੀਤਾ, ਮੈਨੂੰ ਮਾਫ ਕਰਨਾ। ਹੁਣ ਸਾਡੇ ਕੋਲ ਨਾ ਜਿਹੜਾ ਅਸੀਂ ਸਾਰਿਆਂ ਨੇ ਅਸੀਂ ਦਿਨ ਤੇ ਮਨਾਉਂਦੇ ਆ ਆਪਣੇ ਮਹਾਂਪੁਰਸ਼ਾਂ ਦੇ, ਪਰ ਤੁਸੀਂ ਵੇਖੋ ਬਾਈਬਲ ਹੈ ਨਾ ਦੁਨੀਆ ਦੀ ਤਕਰੀਬਨ ਹਰ ਲੈਂਗੁਏਜ ਦੇ ਵਿੱਚ ਛਪ ਚੁੱਕੀ ਹੈ। ਚਾਈਨੀਜ਼ ਦੇ ਵਿੱਚ ਤੁਹਾਨੂੰ ਮਿਲੇਗੀ, ਕੋਰੀਅਨ ਲੈਂਗੁਏਜ ਦੇ ਵਿੱਚ ਮਿਲੇਗੀ, ਜੈਪਨੀਜ਼ ਦੇ ਵਿੱਚ ਮਿਲੇਗੀ, ਹਰ ਭਾਸ਼ਾ ਦੇ ਵਿੱਚ ਛਾਪ ਕੇ ਉਹਨਾਂ ਨੇ ਆਪਣਾ ਜਿੰਨੀਆਂ ਵਰਲਡ ਦੀਆਂ ਮੇਨ ਭਾਸ਼ਾਵਾਂ ਨੇ ਉਹਨਾਂ ਜਿਹੜੀਆਂ ਲੈਂਗੁਏਜਿਸ ਦੇ ਵਿੱਚ ਆਪਣੀ ਬਾਈਬਲ ਵੰਡੀ ਹੈ। ਇੱਥੋਂ ਤੱਕ ਵੀ ਪੰਜਾਬੀ ਦੇ ਵਿੱਚ ਵੀ ਲਿਟਰੇਚਰ ਉਹਨਾਂ ਨੇ ਥੋਕ ਦੇ ਵਿੱਚ ਛਾਪ ਕੇ ਵੰਡਣਾ ਸ਼ੁਰੂ ਕਰ ਦਿੱਤਾ। ਕੋਈ 4 ਸਾਲ 5 ਸਾਲ ਪਹਿਲਾਂ ਮੈਂ ਇਟਲੀ ਦੇ ਵਿੱਚ ਸਾਂ। ਇੱਕ ਵਾਰੀ ਨਾ ਉਹਦੇ 'ਚ ਸਾਨੂੰ ਚਰਚ ਦੇ ਵਿੱਚ ਉਹਨਾਂ ਨੇ ਬੁਲਾਇਆ, ਖਾਸ ਕਰਕੇ ਵਿਟਨੈਸ ਆਫ ਯਹੋਵਾਜ਼ ਨੇ, ਤੇ ਉੱਥੇ ਗਏ ਤੇ ਅਸੀਂ ਨਾ ਉੱਥੇ ਮੈਂਬਰ ਗਿਣੇ ਜਿੰਨੇ ਪਹੁੰਚੇ ਹੋਏ ਸੀ, ਤਕਰੀਬਨ 80 ਕੁ ਮੈਂਬਰ ਸਨ। ਤੇ ਕਿਉਂਕਿ ਯੂਰਪੀਅਨ ਕੰਟਰੀਜ਼ ਦੇ ਵਿੱਚ ਜਿਹੜੀ ਇਹਨਾਂ ਦੀ ਨਿਊ ਜਨਰੇਸ਼ਨ ਹੈ ਉਹ ਤਾਂ ਧਰਮ ਤੋਂ ਦੂਰ ਜਾ ਰਹੀ ਹੈ, ਪਰ ਇਹ ਲੋਕ ਸਿੱਖਾਂ ਦੇ ਡੋਰ ਟੂ ਡੋਰ ਨੋਕ ਕਰਕੇ ਤੇ ਤਕਰੀਬਨ 70 ਤੋਂ ਵੱਧ ਪਰਿਵਾਰ ਪੰਜਾਬੀ ਬੈਠੇ ਸਨ ਉੱਥੇ, ਤੇ ਉਹ ਸਾਰੇ ਜਿਹੜੇ ਲੈਕਚਰ ਵੀ ਕਈ ਵਾਰੀ ਪੰਜਾਬੀ ਦੇ ਵਿੱਚ ਉਹਨਾਂ ਨੂੰ ਸੰਬੋਧਨ ਕਰ ਰਹੇ ਸੀ। ਤੇ ਮੈਨੂੰ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਹਨਾਂ ਨੇ ਆ ਕੇ ਸਾਡੇ ਨਾਲ ਪੰਜਾਬੀ 'ਚ ਗੱਲ ਕੀਤੀ। ਅਸੀਂ ਕਿਹਾ ਤੁਸੀਂ ਸਿੱਖੀ ਕਿਵੇਂ? ਕਹਿਣ ਲੱਗੇ ਮੈਂ 5-7 ਸਾਲ ਪੰਜਾਬ ਦੇ ਵਿੱਚ ਰਹਿ ਕੇ ਆਇਆ, ਇਟਾਲੀਅਨ ਬੰਦਾ ਤੇ ਜਿਹੜਾ ਪ੍ਰੀਸਟ ਉਹਨਾਂ ਦਾ, ਤੇ ਖਾਸ ਕਰਕੇ ਆਪਣੇ ਕੰਮ ਕਰਦਿਆਂ ਹੋਇਆ। ਤੇ ਮੈਂ ਕਿਹਾ ਕਿਉਂ? ਕਹਿਣ ਲੱਗੇ ਅਸੀਂ ਵੇਖਿਆ ਇੱਥੇ ਪੰਜਾਬੀ ਬਹੁਤ ਜ਼ਿਆਦਾ ਮਾਈਗ੍ਰੇਟ ਕਰ ਰਹੇ ਨੇ ਤੇ ਕੱਲ ਨੂੰ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਹੈ ਤੇ ਅਸਲ ਦੇ ਵਿੱਚ ਫਿਰ ਸਾਨੂੰ ਉਹਨਾਂ ਦੀ ਲੈਂਗੁਏਜ ਆਉਣੀ ਚਾਹੀਦੀ, ਅਸੀਂ ਘਰਾਂ ਦੇ ਵਿੱਚ ਜਾ ਕਰਨੇ ਆ। ਉੱਥੇ ਜੇ ਕਿਸੇ ਦਾ ਕੰਮ ਵੀ ਨਾ ਚੱਲੇ ਨਾ ਉਹ ਕਹਿੰਦੇ ਨੇ ਆ ਜਾਓ ਤੁਸੀਂ ਹਾਜ਼ਰੀ ਭਰੋ, ਅਸੀਂ ਪ੍ਰੇਅਰ ਵੀ ਕਰਾਂਗੇ ਨਾਲ ਕੰਮ ਵੀ ਲਵਾ ਦੇਣਾ, ਕਈ ਵਾਰੀ ਇਸ ਤਰ੍ਹਾਂ ਵੀ ਜਿਹੜਾ ਹੁੰਦਾ। ਤੇ ਅੱਜ ਅਸੀਂ ਕਹਿ ਰਹੇ ਹਾਂ ਪੰਜਾਬ ਦੀ ਧਰਤੀ ਤੇ ਆਪ ਅਸੀਂ ਕੰਮ ਨਹੀਂ ਕਰ ਰਹੇ, ਮੈਨੂੰ ਮਾਫ ਕਰਨਾ, ਤੇ ਪਿੰਡਾਂ ਦੇ ਪਿੰਡ ਬਣੀ ਜਾ ਰਹੇ ਨੇ। ਸਾਨੂੰ ਆਪ ਚਾਹੀਦਾ ਬਾਂਹ ਫੜਦੀ। ਜਿਹੜਾ ਮੈਂ ਇੱਥੇ ਥੋੜ੍ਹਾ ਜਿਹਾ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿਆਂ, ਯਾਕਮਾ ਦੇ ਵਿੱਚ ਰਹਿੰਦੇ ਨੇ, ਵਾਸ਼ਿੰਗਟਨ ਦੇ ਵਿੱਚ ਇੱਕ ਪਰਿਵਾਰ ਆਇਆ ਪੰਜਾਬ ਤੋਂ, ਤੇ ਇਹ ਜਿਹੜੀ ਲੇਡੀ ਖਾਸ ਕਰਕੇ ਕ੍ਰਿਸਚਨ ਧਰਮ ਤੋਂ ਸੀ, ਹਾਲਾਂਕਿ ਉਹਨੇ ਸਰਦਾਰ ਜੀ ਨਾਲ ਮੈਰਿਜ ਕੀਤੀ ਸੀ। ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੰਮ, ਕਹਿਣ ਲੱਗੇ ਵੀ ਮੈਨੂੰ ਜਦੋਂ ਪੇਪਰ ਵਰਕ ਹੋ ਗਿਆ ਨਾ ਤੇ ਸਾਡੀਆਂ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਸਾਨੂੰ ਕੰਮ ਦੇ ਵਿੱਚ ਵੀ ਹੈਲਪ ਕਰ ਦਿੰਦੀਆਂ, ਮੈਨੂੰ ਕੋਈ ਦਿੱਕਤ ਨਹੀਂ ਆਣੀ। ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਪੰਜਾਬ 'ਚ ਕਿਵੇਂ ਕੰਮ ਕਰਦੇ ਹੋ, ਵੀ ਤੁਹਾਨੂੰ ਤੋਂ ਉੱਥੋਂ ਪੈਸਾ ਕਾਫੀ ਮਿਲਦਾ ਹੋਏਗਾ? ਕਹਿਣ ਲੱਗੀ ਨਹੀਂ, ਸਾਡੇ ਚਰਚ ਦਾ ਇੱਕ ਰੂਲ ਹੈ ਜਲੰਧਰ ਦੇ ਵਿੱਚ, ਰੂਲ ਇਹ ਵੀ ਜਿਨ੍ਹਾਂ ਦੀ ਆਮਦਨ 10,000 ਤੋਂ ਜ਼ਿਆਦਾ ਹੈ ਨਾ ਉਹ ਬੰਦੇ ਬਕਾਇਦਾ ਘਰੋਂ ਡੋਨੇਸ਼ਨ ਦਿੰਦੇ ਨੇ, ਉਹਨਾਂ ਨੂੰ ਚਰਚ ਹੈਲਪ ਨਹੀਂ ਕਰਦਾ। ਤੇ ਜਿਨ੍ਹਾਂ ਦੀ 10,000 ਤੋਂ ਘੱਟ ਹੈ ਉਹਨਾਂ ਦੀਆਂ ਅਸੀਂ ਫੀਸਾਂ ਭਰਨੇ ਆ, ਕਿਉਂਕਿ ਉਹਨਾਂ ਦਾ ਘਰ ਦਾ ਗੁਜ਼ਾਰਾ ਵੀ ਔਖਾ ਚੱਲਦਾ। ਤੇ ਹੁਣ ਮੈਨੂੰ ਮਾਫ ਕਰਨਾ, ਜਿਹੜਾ ਬੰਦਾ ਕਿਸੇ ਦੁਖੀਏ ਦੀ ਬਾਂਹ ਫੜੇਗਾ, ਮੰਨ ਲਓ ਇੱਕ ਸਿੱਖ ਹੈ, ਦੂਸਰਾ ਸਿੱਖ ਪਰਿਵਾਰ ਆਸੇ-ਪਾਸੇ ਰਹਿੰਦੇ ਨੇ, ਉਹਦੀ ਬਾਂਹ ਨਹੀਂ ਫੜਦੇ, ਉਹ ਜਿਹੜਾ ਦਵਾਈ ਤੋਂ ਆਤਰ ਹੈ, ਉਹਦੀ ਐਜੂਕੇਸ਼ਨ ਨਹੀਂ ਹੁੰਦੀ ਜਾਂ ਤੜਫੇ ਬੰਦਾ, ਇਹ ਤਾਂ ਨਹੀਂ ਵੀ ਸਾਰੇ ਬ੍ਰਹਮ ਗਿਆਨੀ ਨੇ, ਵੱਖ-ਵੱਖ ਮੈਂਟਲੀ ਸਟੇਜ ਹੁੰਦੀ ਹੈ। ਤੇ ਅਸੀਂ ਕਈ ਵਾਰੀ ਕਹਿੰਦੇ ਆ, ਤੇ ਗੁਰੂ ਸਾਹਿਬ ਵਾਰੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਕਿਹਾ ਗਿਆ ਸੀ, ਤੇ ਸਾਨੂੰ ਵੀ ਚਾਹੀਦਾ ਇਸ ਤਰ੍ਹਾਂ ਹੈਲਪ ਕਰਨੀ, ਮੈਨੂੰ ਮਾਫ ਕਰਨਾ, ਪ੍ਰਚਾਰ ਵੀ ਕਰਨਾ ਨਾਲ ਦੀ ਨਾਲ। ਗੁਰੂ ਸਾਹਿਬ ਨੇ ਐਜੂਕੇਸ਼ਨ ਦੇ ਲਈ, ਉਹਨਾਂ ਦੇ ਜਿਹੜੇ ਕਾਰੋਬਾਰ ਦੇ ਲਈ ਵੀ ਜਿਹੜਾ ਕੰਮ ਕੀਤਾ, ਨਵੇਂ ਸ਼ਹਿਰ ਵਸਾ ਕੇ ਵੱਖ-ਵੱਖ ਕਿੱਤਿਆਂ ਵਾਲੇ ਲੋਕ ਲਿਆਉਣ ਦਾ ਮਤਲਬ ਸੀ ਗੁਰੂ ਸਾਹਿਬ ਲੋਕਾਂ ਦੀ, ਗਰੀਬ ਲੋਕਾਂ ਦੀ ਹੈਲਪ ਕਰਦੇ ਸਨ। ਇਸ ਕਰਕੇ ਅੱਜ ਵੀ ਤੁਸੀਂ ਵੇਖੋ ਡੇਰਿਆਂ ਵਾਲੇ ਸਾਡੇ ਬੰਦਿਆਂ ਨੂੰ ਬਹੁਤ ਸਾਰੇ ਲੈ ਗਏ ਨੇ, ਬਹੁਤ ਸਾਰੇ ਸਿੱਖ ਨੇ ਪਰਿਵਾਰ ਜਿਹੜੇ ਆਸੂਤੋਸ਼ ਦੇ ਡੇਰੇ ਦੇ ਵਿੱਚ
ਸੌਦੇ ਸਾਧ ਦੇ ਵਿੱਚ ਜਦੋਂ ਲੜਾਈ ਹੋਈ ਨਾ ਉੱਧਰ ਤੇ ਉੱਧਰ ਵੀ ਸਿੱਖ ਲੜਨ ਵਾਲੇ ਹੁੰਦੇ ਸਨ ਤੇ ਇਧਰੋਂ ਵੀ ਜਿਹੜੇ ਅਸਲ ਦੇ ਵਿੱਚ ਲੜਦੇ ਸੀ ਉਹ ਸਿੱਖ ਹੀ ਹੁੰਦੇ ਸਨ। ਉਹਦਾ ਕਾਰਨ ਇਹ ਅਸੀਂ ਮਾਫ ਕਰਨਾ ਗੱਲਾਂ ਜ਼ਰੂਰ ਕਰਦੇ ਹਾਂ ਤੇ ਪਿੰਡਾਂ ਦੇ ਵਿੱਚ ਕੰਮ ਨਹੀਂ ਕਰਦੇ ਅਸੀਂ ਉੱਥੇ। ਤੇ ਜੇ ਕੰਮ ਨਾ ਫੀਲਡ ਖਾਲੀ ਹੈ, ਅਸੀਂ ਕਹਿੰਦੇ ਆ ਵੀ ਸਿੱਖਾਂ ਨੇ ਤੇ ਕਿਸੇ ਨੂੰ ਜਿਹੜਾ ਕਨਵਰਟ ਨਹੀਂ ਕਰਨਾ, ਫਿਰ ਦੂਸਰਾ ਜਾਏਗਾ ਉਹ ਤੇ ਕਰੇਗਾ ਹੀ ਕਰੇਗਾ ਜੇ ਮੈਦਾਨ ਖਾਲੀ ਹੈ ਤਾਂ। ਇਸ ਕਰਕੇ ਕਹਿਣ ਤੋਂ ਮੁਰਾਦ ਸਾਨੂੰ ਆਈਡੀਓਲੋਜੀ ਦਾ ਵੀ ਪ੍ਰਚਾਰ ਕਰਨਾ ਚਾਹੀਦਾ ਤੇ ਜਿਹੜਾ ਧਰਮ ਰੋਲ ਪਲੇ ਕਰਦਾ ਹੈ ਨਾ, ਗੁਰੂਆਂ ਦੇ ਵੇਲੇ ਜਿਹੜਾ ਰੋਲ ਪਲੇ ਕੀਤਾ, ਗੁਰੂ ਸਾਹਿਬ ਨੇ ਇਕਨੋਮਿਕਲੀ ਵੀ ਬੜਾ ਵੱਡਾ ਰੋਲ ਪਲੇ ਕੀਤਾ ਸੀ ਤੇ ਵੈਸੇ ਵੀ ਉਹਨਾਂ ਦੀ ਕਾਉਂਸਲਿੰਗ ਕਰਕੇ ਇੱਕ ਚੰਗੀ ਜੀਵਨ ਜਾਚ ਦਿੱਤੀ। ਤੇ ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੇ ਜਿਹੜਾ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਉਹਨਾਂ ਨੇ ਗੁਰੂ ਸਾਹਿਬ ਜੀ ਦੀ ਬਾਣੀ ਜਿਹੜੀ ਅਸਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖੇ, ਇੱਥੋਂ ਸਾਨੂੰ ਸੇਧ ਲੈਣ ਦੀ ਲੋੜ ਹੈ। ਹਰ ਗੁਰਦੁਆਰੇ ਦੇ ਵਿੱਚ ਘੱਟੋ ਘੱਟ ਇਹਨਾਂ ਕੰਟਰੀਜ਼ ਦੇ ਵਿੱਚ, ਫ੍ਰੈਂਚ ਦੇ ਵਿੱਚ, ਸਪੈਨਿਸ਼ ਦੇ ਵਿੱਚ, ਇੰਗਲਿਸ਼ ਦੇ ਵਿੱਚ ਸਾਡੇ ਕੋਲ ਲਿਟਰੇਚਰ ਹੋਣਾ ਚਾਹੀਦਾ ਹੈ, ਤਾਂ ਕਿ ਅਸੀਂ ਜਦੋਂ ਵੀ ਕੋਈ ਨਵਾਂ ਬੰਦਾ ਵਿਜ਼ਿਟ ਕਰੇ, ਅਸੀਂ ਚੰਗੀ ਗੱਲ ਜਿਹੜੀ ਧਰਮ ਦੀ ਹੈ, ਜਿਹੜੇ ਢੰਗ ਨਾਲ ਗੁਰੂ ਸਾਹਿਬ ਨੇ ਸਾਨੂੰ ਕਰਮ ਕਰਨਾ ਚੋਂ ਕੱਢਿਆ। ਸਾਡੀਆਂ ਬਹੁਤੀਆਂ ਕਿਤਾਬਾਂ ਲਿਖੀਆਂ ਹੋਈਆਂ ਅੰਧ ਵਿਸ਼ਵਾਸ ਦੇ ਉੱਤੇ ਆਧਾਰਿਤ ਨੇ ਤੇ ਉਹ ਸਿੱਖੀ ਨੂੰ ਰਿਪਰੈਜ਼ੈਂਟ ਹੀ ਨਹੀਂ ਕਰਦੀਆਂ। ਹਿਸਟਰੀ ਇਸ ਢੰਗ ਦੇ ਨਾਲ ਲਿਖੀ ਗਈ ਹੈ। ਇਸ ਕਰਕੇ ਸਾਨੂੰ ਚਾਹੀਦਾ ਹੈ ਚੰਗੀਆਂ ਕਿਤਾਬਾਂ ਲਿਖ ਕੇ ਜਿਹੜੀ ਜਿਹੜੇ 200-300 ਪੇਜਿਸ ਦੇ ਵਿੱਚ ਜਿਹੜਾ ਬਰੀਫਲੀ ਹਿਸਟਰੀ ਤੇ ਸਾਡੀ ਫਿਲਾਸਫੀ ਦੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਹੈ ਉਹਨੂੰ ਅਸੀਂ ਸੌਖੇ ਸ਼ਬਦਾਂ ਦੇ ਵਿੱਚ ਥੋੜ੍ਹੇ ਟਾਈਮ ਦੇ ਵਿੱਚ ਸਮਝਾ ਸਕੀਏ। ਇਹ ਕੰਮ ਗੁਰੂ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਕੀਤਾ। ਬਾਬਾ ਦੀਪ ਸਿੰਘ ਜੀ ਨੇ ਤਕਰੀਬਨ ਜਿਹੜੇ ਇਤਿਹਾਸਕਾਰ ਕਹਿੰਦੇ ਨੇ 12-13 ਸਾਲ ਲਗਾਤਾਰ ਜਿਹੜੀ ਉੱਥੇ ਇਹ ਲਿਖਾਈ ਦਾ ਕੰਮ ਕੀਤਾ। ਉਸ ਤੋਂ ਬਾਅਦ ਵੀ ਰੋਜ਼ 14-14 ਘੰਟੇ ਉਹ ਹੱਥ ਦੇ ਨਾਲ ਕਲਮ ਚਲਾਉਂਦੇ ਸਨ, ਜਿਹਦਾ ਮਤਲਬ ਸੀ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਕਿ ਗੁਰ ਘਰ ਦੇ ਵਿੱਚ ਇਹ ਜਿੱਥੇ ਭਾਂਡੇ ਮਾਂਜਣ ਦੀ ਸੇਵਾ ਹੈ, ਜਿੱਥੇ ਜੋੜੇ ਝਾੜਨ ਦੀ ਅਸੀਂ ਸੇਵਾ ਕਰ ਰਹੇ ਹਾਂ, ਗੁਰਬਾਣੀ ਲਿਖ ਪੋਥੀਆਂ ਤਾਲ ਮਰਦੰਗ ਰਬਾਬ ਵਜਾਵੈ, ਵੀ ਗੁਰਬਾਣੀ ਦੀਆਂ ਪੋਥੀਆਂ ਲਿਖ ਕੇ ਵੀ ਅਸਲ ਦੇ ਵਿੱਚ ਸੇਵਾ ਜਿਹੜੀ ਸਿੱਖ ਨੇ ਕਰਨੀ ਹੈ। ਅੱਜ ਤੁਸੀਂ ਵੇਖੋ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਨਾ, ਮੈਂ ਕਈ ਵਾਰੀ ਕਹਿੰਦਾ ਹੁੰਦਾ ਸਾਡੇ ਸਿੱਖਾਂ 'ਚੋਂ ਕੁਝ ਨੌਜਵਾਨ ਹੋਣਗੇ ਜਿਹੜੇ ਸਾਈਕੋਲੋਜੀ ਦੇ ਵਿੱਚ PhD ਕਰ ਰਹੇ ਨੇ, ਉਹਨਾਂ ਨੂੰ ਚਾਹੀਦਾ ਘੱਟੋ ਘੱਟ ਗੁਰੂ ਗ੍ਰੰਥ ਸਾਹਿਬ ਜੀ ਦੇ 2-3-4 ਅਰਥਾਂ ਸਮੇਤ ਪਾਠ ਕਰਕੇ ਬਹੁਤ ਸਾਰੇ ਸ਼ਬਦ ਨੇ ਜਿਹੜੇ ਸਾਈਕੋਲੋਜੀ ਦੀਆਂ ਅੱਜ ਦੀਆਂ ਥਿਊਰੀਜ਼ ਦੇ ਨਾਲ ਟੋਕ ਕੇ ਸਾਡੀ ਕਾਉਂਸਲਿੰਗ ਕਰਦੇ ਨੇ ਤੇ ਉਸ ਤਰੀਕੇ ਨਾਲ ਘੱਟੋ ਘੱਟ ਕੁਝ ਚੁਣਿੰਦਾ ਸ਼ਬਦਾਂ ਦੀ ਵਿਆਖਿਆ ਕਰ ਦਿੱਤੀ ਜਾਏ, ਜਿਹੜੀ ਹਿਸਟਰੀ ਦੀ ਉਸ ਤਰੀਕੇ ਦੇ ਨਾਲ ਵਿਆਖਿਆ ਕਰ ਦਿੱਤੀ ਜਾਏ ਚੰਗੇ ਢੰਗ ਦੇ ਨਾਲ, ਤਾਂ ਕਿ ਸਾਡੇ ਕੋਲ ਲਿਟਰੇਚਰ ਦੀ ਦੁਨੀਆ ਦੇ ਵਿੱਚ ਵੀ ਜਿਹੜਾ ਅਸੀਂ ਕੰਮ ਜਿਹੜਾ ਕਰ ਸਕੀਏ। ਪਰ ਜ਼ਿਆਦਾਤਰ ਸਾਡਾ ਜ਼ੋਰ ਪੁਰਾਣੇ ਬਜ਼ੁਰਗਾਂ ਦਾ ਖਾਸ ਕਰਕੇ ਲੱਗਦਾ ਸੀ। ਹੁਣ ਨਵੇਂ ਤੇ ਜਿਹੜਾ ਕਈ ਵਾਰੀ ਗੁਰਦੁਆਰਿਆਂ ਦੀਆਂ ਆਮ ਸੇਵਾਵਾਂ ਹੁੰਦੀਆਂ ਉੱਥੇ ਵੀ ਲੰਗਰ ਦੀ ਸੇਵਾ ਕਰਦਿਆਂ ਘੱਟ ਹੀ ਨੌਜਵਾਨਾਂ ਨੂੰ ਵੇਖਿਆ ਜਾਂਦਾ। ਅਸਲ ਦੇ ਵਿੱਚ ਇੱਥੇ ਬਾਬਾ ਦੀਪ ਸਿੰਘ ਜੀ ਨੇ ਸੇਵਾ ਕੀਤੀ। ਇਹ ਸਮਾਂ ਲਗਾਤਾਰ ਲੰਘਦਾ ਗਿਆ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗੁਰੂ ਸਾਹਿਬ ਜੀ ਨੇ ਪੰਜਾਬ ਦੀ ਧਰਤੀ ਵੱਲ ਭੇਜਿਆ, ਦੂਸਰੇ ਸਿੱਖਾਂ ਦੇ ਨਾਲ ਬਾਬਾ ਦੀਪ ਸਿੰਘ ਜੀ ਨੇ ਮੈਦਾਨੀ ਜੰਗ ਦੇ ਵਿੱਚ ਵਿਚਰਦਿਆਂ ਜਦੋਂ ਸਰਹੰਦ ਨੂੰ ਫਤਿਹ ਕੀਤਾ, ਕਈ ਮਹੀਨੇ ਜਿਹੜੀ ਇੱਥੇ ਪੰਜਾਬ ਦੀ ਧਰਤੀ ਨੂੰ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਕੰਕਰ ਕਰਦੇ ਰਹੇ, ਉਦੋਂ ਅਸਲ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਬੜਾ ਵੱਡਾ ਆਪਣੇ ਵੱਲੋਂ ਸੇਵਾ ਨਿਭਾਈ ਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਾਣ ਤੋਂ ਬਾਅਦ ਇਹਨਾਂ ਨੂੰ ਕਹਿੰਦੇ ਨੇ ਜਿੰਦਾ ਸ਼ਹੀਦ ਦਾ ਖਿਤਾਬ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਦਿੱਤਾ ਸੀ। ਇਸ ਤਰ੍ਹਾਂ ਵਿਚਰਦਿਆਂ ਹੋਇਆਂ ਹੋਰ ਆਪਣੇ ਵੱਲੋਂ ਧਰਮ ਪ੍ਰਚਾਰ ਕਰਦਿਆਂ ਜ਼ਿੰਦਗੀ ਦਾ ਸਮਾਂ ਨਿਕਲਿਆ। ਸੰਨ 1753 ਦੇ ਕਰੀਬ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਰਮੰਦਰ ਸਾਹਿਬ ਨੂੰ ਪੂਰਿਆ ਹੈ, ਸਰੋਵਰ ਨੂੰ ਖਾਸ ਕਰਕੇ, ਤੇ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੂੰ ਇਹਦੀ ਖਬਰ ਮਿਲਦੀ ਹੈ। ਇਹ ਇਤਿਹਾਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਮਝਣ ਦਾ ਯਤਨ ਕਰਾਂਗੇ। ਅੱਜ ਵੀ ਜਦੋਂ ਅਸੀਂ ਅਰਦਾਸ ਕਰਨੇ ਆ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਗੁਰਦੁਆਰਿਆਂ ਦੀ ਖਾਸ ਕਰਕੇ ਕੁਰਬਾਨੀਆਂ ਦੇ ਸੇਵਾ ਦੇ ਲਈ ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਯਾਦ ਕਰਨੇ ਆ। ਉਹਦੇ ਵਿੱਚ ਬਾਬਾ ਜਿਹੜਾ ਦੀਪ ਸਿੰਘ ਜੀ ਨਾਲ
ਜਿਹੜਾ ਮਹਾਨ ਰੋਲ ਪਲੇ ਕੀਤਾ ਹੈ ਵੀ ਗੁਰੂ ਘਰ ਦੀ ਬੇਅਦਬੀ ਨੂੰ, ਜਿਹੜਾ ਜ਼ਾਲਮਾਂ ਨੂੰ ਸਜ਼ਾ ਦੇਣ ਦੇ ਲਈ, ਉਸ ਤਰ੍ਹਾਂ ਦੀ ਸੇਵਾ ਉਹਨਾਂ ਨੇ ਕਰਕੇ ਮਹਾਨ ਸਿੱਖੀ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ। ਉਹਨੂੰ ਕੱਲ੍ਹ ਦੇ ਇਤਿਹਾਸ ਦੇ ਰਾਹੀਂ ਅਸੀਂ ਸਮਝਣ ਦਾ ਯਤਨ ਕਰਾਂਗੇ। ਇਹ ਬਾਬਾ ਦੀਪ ਸਿੰਘ ਜੀ ਦੀ ਹਿਸਟਰੀ ਨੂੰ ਸਮਝਦਿਆਂ ਹੋਇਆਂ ਸਾਨੂੰ ਇਹ ਸੇਧ ਲੈ ਕੇ ਉਸ ਤਰ੍ਹਾਂ ਕੰਮ ਕਰਨ ਦੀ ਲੋੜ ਹੈ। ਜੇ ਅਸੀਂ ਕੇਵਲ ਹਿਸਟਰੀ ਸੁਣਨੀ ਹੈ, ਉਸ ਤੋਂ ਬਾਅਦ ਜੀਵਨ ਦੇ ਵਿੱਚ ਕੋਈ ਤਬਦੀਲੀ ਨਹੀਂ, ਤੇ ਫਿਰ ਸਾਨੂੰ ਆਪਣੇ ਆਪ ਦੇ ਵਿੱਚ ਸੋਚਣਾ ਚਾਹੀਦਾ ਹੈ ਕਿ ਵੀ ਅਸੀਂ ਆਪਣੇ ਸ਼ਹੀਦਾਂ ਜਾਂ ਗੁਰੂ ਸਾਹਿਬਾਨਾਂ ਦੇ ਮੁਤਾਬਕ ਜੀਵਨ ਜੀ ਰਹੇ ਹਾਂ, ਤੇ ਜਾਂ ਕੇਵਲ ਵੈਸੇ ਅਸੀਂ ਸਿੱਖ ਹੋਣ ਦਾ ਦਿਖਾਵਾ ਕਰ ਰਹੇ ਹਾਂ। ਗੁਰੂ ਸਾਹਿਬ ਜੀ ਮਿਹਰ ਕਰਨ, ਇਹ ਵਿਚਾਰ ਸਾਡੇ ਜੀਵਨ ਦਾ ਹਿੱਸਾ ਬਣ ਜਾਣ।